derivation of equation of orbit under the central force. So we know central force can be represented as F is equal to F as the magnitude and E r cap, that is magnitude force of the magnitude into E r cap, that is this force is acting along the line joining the center of the two interacting bodies. So that is called central force. That is why it is called central force, because this force is acting between the centers of the two interacting bodies. So there are two types of central forces. That is, one is not types, two examples of central forces. One is gravitational force, other is electromagnetic force. So to obtain the equation of motion of a particle of mass mu, that is reduced mass, under the influence of force, we have to find the equation in terms of r and theta. This is polar coordinate. That is polar coordinates. So if ये figure है, ये figure पे focus करियो. So की है ये figure. So ਇਹਦੇ ਚ ਜਿਹੜਾ particle of mass m2 ਹੈ ਉਹ center ਤੇ origin ਤੇ ਹੈ. Second particle m1 ਹੈ. m1 ਤੇ m2 ਦੀ distance r ਹੈ. ਤੇ ਅਗਰ ਇਹ ਵੈਕਟਰ ਅਸੀਂ ਪਲਾਟ ਕਰੀਏ m2 ਤੋਂ ਲੈ ਕੇ m1 ਤੱਕ ਤਾਂ ਇਹ ਜਿਹੜਾ ਵੈਕਟਰ ਹੈ ਪੋਜੀਸ਼ਨ ਵੈਕਟਰ ਬਣ ਗਿਆ m1 ਦਾ ਵਿਦ ਰਿਸਪੈਕਟ ਟੂ m2. ਇਹ ਵੈਕਟਰ ਦਾ ਜਿਹੜਾ ਐਂਗਲ ਹੈ x ਦੇ ਨਾਲੋਂ ਥੀਟਾ ਹੈ. ਸੋ ਇਸ ਕਰਕੇ r ਤੇ ਥੀਟਾ ਦੇ ਪੋਲਰ ਕੋਆਰਡੀਨੇਟਸ ਬਣ ਗਏ. ਇਹ ਟੂ ਬੋਡੀ ਪ੍ਰੋਬਲਮ ਦਾ ਰਿਡਿਊਸਡ ਮਾਸ ਦਾ ਜਿਹੜਾ ਰਿਲੇਸ਼ਨ ਹੈ ਅਸੀਂ ਆਲਰੇਡੀ ਪੜਿਆ ਹੋਇਆ, ਪ੍ਰੋਡਕਟ ਆਫ ਦਾ ਮਾਸਸ ਡਿਵਾਈਡਡ ਬਾਈ ਦ ਸਮ ਆਫ ਦਾ ਮਾਸਸ. ਦਿਸ ਇਜ਼ ਰਿਡਿਊਸਡ ਮਾਸ. ਐਂਡ ਜਿਹੜੀ ਫੋਰਸ ਇਹਨਾਂ ਚ ਲੱਗਦੀ ਹੈ ਉਹ ਗ੍ਰੈਵਿਟੇਸ਼ਨਲ ਫੋਰਸ ਹੈ. ਗ੍ਰੈਵਿਟੇਸ਼ਨਲ ਫੋਰਸ ਦਾ ਜਿਹੜਾ ਫਾਰਮੂਲਾ ਹੈ F = G m1 m2 upon r² ER cap. So ER cap is the radial component, that is a unit vector along the radial line joining the center of the two bodies, and this negative sign indicates the attractive force. That means ਇਹ ਦੋਨੇ ਪਾਰਟੀਕਲਸ ਇੱਕ ਦੂਜੇ ਨਾਲ ਬਾਉਂਡ ਹੈ, ਬੰਨੇ ਹੋਏ ਆ, ਇੱਕ ਦੂਜੇ ਵੱਲ ਅਟਰੈਕਟ ਹੋ ਰਹੇ ਆ ਕਿਉਂਕਿ ਗ੍ਰੈਵਿਟੇਸ਼ਨ ਫੋਰਸ ਅਟਰੈਕਟਿਵ ਫੋਰਸ ਹੁੰਦੀ ਹੈ. ਸੋ ਅਗਰ ਵੈਕਟਰ ਫਾਰਮ 'ਚ ਲਿਖਣਾ ਤਾਂ ਸਾਨੂੰ ਨੈਗੇਟਿਵ ਸਾਈਨ ਇੱਥੇ ਲਿਖਣਾ ਪੈਂਦਾ. ਸੋ ਨੈਗੇਟਿਵ ਸਾਈਨ ਦਾ ਸਿਗਨੀਫਿਕੈਂਸ ਓਨਲੀ ਇਹ ਹੈ ਕਿ ਇਹ ਅਟਰੈਕਟਿਵ ਫੋਰਸ ਹੈ, ਬਾਉਂਡ ਮੋਸ਼ਨ ਹੈ, ਇਹ ਸਿਸਟਮ ਬਾਉਂਡ ਹੈ. ਜਿਸ ਤਰ੍ਹਾਂ ਇੱਕ ਰੱਸੀ ਨਾਲ ਬੰਨਿਆ ਹੋਇਆ ਹੁੰਦਾ, ਇੱਕ ਥ੍ਰੈਡ ਦੇ ਨਾਲ ਇੱਕ ਦੂਜੇ ਨਾਲ ਕਨੈਕਟਡ ਹੁੰਦਾ, ਉਸੇ ਤਰ੍ਹਾਂ ਇਹ ਫੋਰਸ ਇਹਨਾਂ ਨੂੰ ਇੱਕ ਦੂਜੇ ਨਾਲ ਅਟਰੈਕਟ ਕਰਕੇ ਰੱਖਦੀ ਹੈ. Okay, so equation of motion जो ਅਸੀਂ ਕੱਲ ਡਰਾਈਵ ਕੀਤੀ ਸੀਗੀ, so that is r double dot L square by mu square r cube is equal to F upon mu. ਇਹਦੇ ਚ mu ਦੋਨੇ ਇਧਰ ਸਾਈਡ ਸੀ, ਇਹਨੂੰ ਅਸੀਂ ਇਧਰਲੀ ਸਾਈਡ ਤੇ mu ਡਿਵਾਈਡ ਕਰਤਾ. ਜੋ ਕੱਲ ਅਸੀਂ equation of motion ਡਰਾਈਵ ਕੀਤੀ ਸੀ ਇਹ ਉਹਦਾ ਹੀ ਮੋਡੀਫਾਈਡ ਫਾਰਮ ਹੈ. ਸੋ equation of motion ਅਸੀਂ ਡਾਇਰੈਕਟਲੀ ਇੱਥੇ ਯੂਜ਼ ਕਰ ਰਹੇ ਹਾਂ. ਸੋ equation of motion ਦੇ ਵਿੱਚ ਨੂੰ ਅਸੀਂ ਮੋਡੀਫਾਈ ਕਰਨ ਲਈ ਥੋੜੀ ਸਿੰਪਲੀਫਾਈ ਕਰਾਂਗੇ, ਹੁਣ ਮੈਥਮੈਟਿਕਸ ਇਨਵੋਲਵ ਕਰਨ ਲੱਗੇ ਹਾਂ. we put r is equal to 1 by u. u ਇੱਕ ਨਵਾਂ ਪੈਰਾਮੀਟਰ ਅਸੀਂ ਇੱਥੇ ਇੰਟਰੋਡਿਊਸ ਕੀਤਾ, u. ਇੱਕ ਤਾਂ ਸਾਡੇ ਕੋਲ ਟਰਮ ਚੱਲ ਰਹੀ ਹੈ mu, ठीक है, इतने mu is reduced mass. एक नवा पैरामीटर इंट्रोड्यूस करता, put u. What is u? u is equal to 1 by r और r is equal to 1 by u. ये ਅਸੀਂ ਨਵਾਂ ਪੈਰਾਮੀਟਰ ਇੱਥੇ ਇੰਟਰੋਡਿਊਸ ਕਰਦਾ ਇੱਕ. ਓਕੇ, ਥੀਟਾ ਡਾਟ ਦੀ ਵੈਲਿਊ ਮੈਂ ਤੁਹਾਨੂੰ ਕੱਲ ਯਾਦ ਕਰਾਈ ਸੀ, ਬਾਰ-ਬਾਰ ਯੂਜ਼ ਕਰਨ ਲਈ ਕਿਹਾ ਸੀ. ਜਦੋਂ ਮੈਂ ਥੀਟਾ ਡਾਟ ਬੋਲਣਾ ਤੁਹਾਡੇ ਮਨ ਚ ਨਾਲ ਦੀ ਨਾਲ ਆਵਾਜ਼ ਹੋਣੀ ਚਾਹੀਏ L upon mu r square. ਓਕੇ, L ਐਂਗੂਲਰ ਮੋਮੈਂਟਮ ਸੀ, mu ਰਿਡਿਊਸਡ ਮਾਸ ਹੈ, r ਡਿਸਟੈਂਸ ਹੈ. ਸੋ ਅਗਰ r ਦੀ ਵੈਲਿਊ 1 upon u ਹੈ ਤਾਂ ਜਿੱਥੇ r ਸਕੁਅਰ ਹੈ ਇੱਥੇ ਅਗਰ ਮੈਂ ਵੈਲਿਊ ਪੁੱਟ ਕਰਾਂ ਇਹਦੀ, ਸੋ u ਸਕੁਅਰ ਉੱਪਰ ਆ ਜਾਊਗਾ. ਸੋ ਇਹ ਬਣ ਗਿਆ L u ਸਕੁਅਰ ਬਾਈ mu. ਸੋ ਇਕੁਏਸ਼ਨ ਨੰਬਰ 3 ਆ ਗਈ. ਥੀਟਾ ਡਾਟ ਦੀ ਜਿਹੜੀ ਵੈਲਿਊ ਅਸੀਂ ਲਿਖਦੇ ਸੀ L upon mu r ਸਕੁਅਰ, r ਦੀ ਵੈਲਿਊ ਪੁੱਟ ਕਰਤੀ u, ਇਟ ਬਿਕਮਸ L u ਸਕੁਅਰ ਬਾਈ mu. Okay, after solving this equation 1, after putting the value of r ਦੀ ਵੈਲਿਊ ਜਿਹੜੀ ਅਸੀਂ u ਪੁੱਟ ਕੀਤੀ ਇਹਨੂੰ ਸੋਲਵ ਕਰਨ ਤੋਂ ਬਾਅਦ ਅਸੀਂ ਡਾਇਰੈਕਟ ਸੋਲੂਸ਼ਨ ਲਿਖਣਾ ਇਹਦਾ. ਆਫਟਰ ਸੋਲਵਿੰਗ ਦਿਸ ਡਿਫਰੈਂਸ਼ੀਅਲ ਇਕੁਏਸ਼ਨ, ਸੋ ਡਿਫਰੈਂਸ਼ੀਅਲ ਇਕੁਏਸ਼ਨ ਕੈਨ ਈਜ਼ੀਲੀ ਬੀ ਸੋਲਵਡ. ਸੋ ਸਾਡੇ ਕੋਲ ਸੋਲਵ ਕਰਨ ਤੋਂ ਬਾਅਦ ਇਹ ਆ ਜਾਊਗਾ r ਡਾਟ ਇਜ਼ ਇਕੁਅਲ ਟੂ ਮਾਈਨਸ L upon mu du by dt. ਧਿਆਨ ਦਿਓ ਇੱਥੇ mu ਹੈ, ਇੱਥੇ u ਹੈ. ਸੋ ਮਾਈਨਸ L upon mu du by d theta, du by d theta. ਠੀਕ ਹੈ, ਇਹ u ਹੈ, ਇਹ mu ਹੈ. ਔਰ ਸੈਕੰਡ ਜਿਹੜਾ ਇਹਦਾ ਸੋਲੂਸ਼ਨ ਹੈ, second order differential equation है, तो solution होंगे r double dot is equal to minus L square u square on mu square. ध्यान ना देखियो इतने confusion ना हो u ते mu ਦੇ ਵਿੱਚ. और ਜਿਹੜਾ solution है था, it becomes r double dot minus L square u square on mu square d2u by d theta square. ਇਹ ਦੋ ਜਿਹੜੀਆਂ equations ਹੈ, ਇਹਨੂੰ ਇਹ ਤੇ solution ਹੈ, ਅਸੀਂ solve ਨਹੀਂ ਕਰਨਾ, directly ਅਸੀਂ solution ਲਿਖ ਸਕਦੇ ਹਾਂ. So using equation number 2, 3, 4 in equation number 1 ਕੀ ਸੀ, equation of motion. ਇਹਦੇ ਵਿੱਚ ਇਹ ਵੈਲਿਊਜ਼ ਪੁੱਟ ਕਰ ਦਈਏ ਅਸੀਂ. ਇਕੁਏਸ਼ਨ ਨੰਬਰ 1 ਦੇ ਵਿੱਚ ਇਹ ਵਾਲੀਆਂ ਜਿਹੜੀਆਂ ਵੈਲਿਊਜ਼ ਆ 2, 3, 4, r ਦੀ ਵੈਲਿਊ 1 by u, ਥੀਟਾ ਦੀ ਡਾਟ ਦੀ ਵੈਲਿਊ ਅਸੀਂ ਕਨਵਰਟ ਕਰ ਲਈ u ਦੀ ਫਾਰਮ ਦੇ ਵਿੱਚ ਤੇ ਇਹਨੂੰ ਸੋਲਵ ਕਰ ਲਿਆ. ਇਹ ਵੈਲਿਊ ਇੱਥੇ ਪੁੱਟ ਕੀਤੀਆਂ ਤੇ ਆਫਟਰ ਪੁਟਿੰਗ ਦਿਸ ਵੈਲਿਊ ਇਨ ਇਕੁਏਸ਼ਨ ਨੰਬਰ 1, ਜਿਹੜੀ ਡਿਫਰੈਂਸ਼ੀਅਲ ਇਕੁਏਸ਼ਨ ਸੀ ਇਹ ਮੋਡੀਫਾਈ ਹੋ ਕੇ ਬਣ ਗਈ ਇਹ ਵਾਲੀ d2u by d theta square plus u is equal to ਜੋ ਟਰਮ ਦੂਸਰੀਆਂ ਸੀ ਰਾਈਟ ਸਾਈਡ ਤੇ ਲੈ ਗਏ ਸੀ mu minus mu upon L square u square into f of r, ਫੰਕਸ਼ਨ ਆਫ r. r ਦੀ ਜਗ੍ਹਾ ਤੇ ਅਸੀਂ ਪੁੱਟ ਕੀਤਾ ਹੋਇਆ 1 by u, ਸੋ r ਨੂੰ ਅਸੀਂ 1 by u ਨਾਲ ਲਿਖਿਆ ਹੋਇਆ. ਸੋ ਇਹ ਦੇਖਣ ਨੂੰ ਔਖਾ ਲੱਗ ਰਿਹਾ ਹੋਊਗਾ, ਪਰ ਜੇ ਤੁਸੀਂ ਪੈਨ ਨਾਲ ਲਿਖੋਗੇ ਦੇਖ ਕੇ ਇੱਕ ਵਾਰ ਤਾਂ ਤੁਹਾਨੂੰ ਲੱਗੂਗਾ ਠੀਕ ਹੈ, ਈਜ਼ੀ ਹੈ. ਸੋ ਸਿਰਫ ਯਾਦ ਰੱਖਣੀ ਹੈ ਇਕੁਏਸ਼ਨ ਨੰਬਰ 4 ਜਿਹੜਾ ਸੋਲੂਸ਼ਨ ਹੈ ਉਹਦਾ. ਸੋ ਜਿਹਨੂੰ ਮੈਂ ਅੰਡਰਲਾਈਨ ਕੀਤਾ ਹੋਇਆ, ਜਿਹੜਾ ਹੁਣ ਸਾਡਾ ਕੰਮ ਖਤਮ ਹੋ ਗਿਆ, ਇੰਨੇ ਕੰਮ ਦੇ ਵਿੱਚ ਇਕੁਏਸ਼ਨ ਆਫ ਅਸੀਂ ਆਲਰੇਡੀ ਡਰਾਈਵ ਕਰ ਲਈ. ਸੋ ਇਹ ਜਿਹੜੀ ਰੈੱਡ ਲਾਈਨ ਨਾਲ ਅੰਡਰਲਾਈਨ ਕੀਤਾ ਹੈ, ਜੋ ਇਕੁਏਸ਼ਨ ਆਫ ਮੋਸ਼ਨ ਸੀ ਆਲਰੇਡੀ ਅਸੀਂ ਕੱਲ ਡਰਾਈਵ ਕਰ ਲਈ ਸੀ, ਉਹਨੂੰ ਅਸੀਂ ਥੋੜਾ ਮੋਡੀਫਾਈ ਕਰ ਲਿਆ. ਜਿਹਦੇ ਚ ਇੱਕ ਨਵਾਂ ਪੈਰਾਮੀਟਰ ਇੰਟਰੋਡਿਊਸ ਕਰਤਾ u, ਜਿਹੜਾ ਕਿ 1 by r ਦੀ ਇਕੁਅਲ ਹੈ, ਕਿਉਂਕਿ ਇਨਵਰਸ ਸਕੁਅਰ ਲਾ ਅਸੀਂ ਪੜ੍ਹ ਰਹੇ ਹਾਂ, ਸਾਨੂੰ 1 by r ਦਾ ਕੰਸੈਪਟ ਯੂਜ਼ ਕਰਨਾ ਪੈਂਦਾ ਵਾਰ-ਵਾਰ, ਇਸ ਕਰਕੇ u ਦਾ ਕੰਸੈਪਟ ਇੱਥੇ ਇੰਟਰੋਡਿਊਸ ਕੀਤਾ ਹੈ. ਸੋ ਦਿਸ ਇਜ਼ ਰਿਕੁਆਇਰਡ ਇਕੁਏਸ਼ਨ ਆਫ ਆਰਬਿਟ ਆਫ m1 ਮਾਸ ਅਬਾਊਟ m2, ਕਿਉਂਕਿ m2 ਨੂੰ ਅਸੀਂ origin ਤੇ ਮੰਨਿਆ ਹੋਇਆ ਤੇ m1 ਇਹਦੇ ਰਾਉਂਡ ਰੋਟੇਟ ਕਰ ਰਿਹਾ ਜਾਂ ਰਿਵੋਲਵ ਕਰ ਰਿਹਾ. ਸੋ ਇਹ ਸਾਡੇ ਕੋਲੇ m1 ਦੀ ਆਰਬਿਟ ਦੀ ਇਕੁਏਸ਼ਨ ਆ ਗਈ, ਇਕੁਏਸ਼ਨ ਆਫ ਸਾਡੇ ਕੋਲੇ ਆਰਬਿਟ ਦੀ ਆ ਗਈ. ਹੁਣ ਇਹਨੂੰ ਸੋਲਵ ਕਰਨਾ ਹੈ ਅਸੀਂ. ਸੋ ਜਿਹੜਾ ਫਸਟ ਕੰਮ ਸੀ ਸਾਡਾ ਡਰਾਈਵ ਦਾ ਇਕੁਏਸ਼ਨ ਆਫ ਆਰਬਿਟ ਅੰਡਰ ਸੈਂਟਰਲ ਫੋਰਸ, ਉਹ ਅਸੀਂ ਜਿਹੜਾ ਕੰਪਲੀਟ ਕਰ ਲਿਆ ਇੱਥੇ ਤੱਕ. ਨਾਓ ਹੁਣ ਮੇਨ ਜਿਹੜਾ ਇਸ ਤੋਂ ਬਾਅਦ ਦਾ ਕੰਮ ਹੈ ਸਿਰਫ ਇਸ ਇਕੁਏਸ਼ਨ ਨੰਬਰ 5 ਨੂੰ ਅਸੀਂ ਮੋਡੀਫਾਈ ਕਰਨਾ. ਦੇਖੋ ਇਕੁਏਸ਼ਨ ਨੰਬਰ 5 ਇਕੁਏਸ਼ਨ ਨੰਬਰ 1 ਤੋਂ ਹੀ ਆਈ ਹੈ, ਇਕੁਏਸ਼ਨ ਨੰਬਰ 1 ਅਸੀਂ ਕੱਲ ਕਰ ਲਈ ਸੀ ਇਕੁਏਸ਼ਨ ਆਫ ਮੋਸ਼ਨ. ਠੀਕ,
ਅੱਗੇ ਚੱਲਦੇ ਹਾਂ। ਬਟ ਫॉर ਇਨਵਰਸ ਸਕੁਅਰ ਫੋਰਸ, ਜਿਹੜੀ ਇਨਵਰਸ ਸਕੁਅਰ ਫੋਰਸ ਹੈ, ਇਹ ਵਾਲੀ ਫੋਰਸ ਜਿਹੜੀ ਲੱਗ ਰਹੀ ਹੈ ਸੈਂਟਰਲ ਫੋਰਸ ਲੱਗ ਰਹੀ ਹੈ, ਤੇ ਜਿਹੜੀ ਸੈਂਟਰਲ ਫੋਰਸ ਹੈ ਉਹ ਇਨਵਰਸ ਸਕੁਅਰ ਲਾ ਨੂੰ ਫੋਲੋ ਕਰਦੀ ਹੈ। ਇਨਵਰਸ ਸਕੁਅਰ ਲਾ ਕੀ ਹੁੰਦਾ ਹੈ? ਦੈਟ ਫੋਰਸ ਇਜ਼ ਮੈਗਨੀਟਿਊਡ ਆਫ ਦਾ ਫੋਰਸ ਇਜ਼ ਇਨਵਰਸਲੀ ਪ੍ਰੋਪੋਰਸ਼ਨਲ ਟੂ ਦਾ ਸਕੁਅਰ ਆਫ ਦਾ ਡਿਸਟੈਂਸ ਬਿਟਵੀਨ ਦਾ ਸੈਂਟਰ ਆਫ ਦਾ ਟੂ ਇੰਟਰੈਕਟਿੰਗ ਬੋਡੀਜ਼। ਸੋ ਆਰ ਡਿਸਟੈਂਸ ਹੈ, ਸੋ ਜਿਹੜੀ ਐਫ ਦੀ ਵੈਲਿਊ ਹੈ ਇਟ ਇਜ਼ ਇਨਵਰਸਲੀ ਪ੍ਰੋਪੋਰਸ਼ਨਲ ਟੂ 1 ਬਾਈ ਆਰ ਸਕੁਅਰ ਐਂਡ ਕੌਂਸਟੈਂਟ ਆਫ ਪ੍ਰੋਪੋਰਸ਼ਨੈਲਿਟੀ ਇੱਥੇ ਕੇ ਪੁੱਟ ਕਰਤਾ, ਤੇ ਨੈਗੇਟਿਵ ਸਾਈਨ ਇੰਡੀਕੇਟ ਕਰਦਾ ਹੈ ਕਿ ਅਟਰੈਕਟਿਵ ਫੋਰਸ ਹੈ। ਠੀਕ ਹੈ, ਆਰ ਦੀ ਵੈਲਿਊ ਅਸੀਂ 1 ਬਾਈ ਯੂ ਪੁੱਟ ਕੀਤੀ ਸੀ ਇਕੁਏਸ਼ਨ ਨੰਬਰ 2 ਦੇ ਵਿੱਚ। ਸੋ ਇੱਥੇ ਜਦੋਂ ਆਰ ਸਕੁਅਰ ਦੀ ਵੈਲਿਊ ਪੁੱਟ ਕਰਾਂਗੇ ਯੂ ਉੱਪਰ ਆ ਜਾਣਾ, ਸੋ ਫੋਰਸ ਦੀ ਵੈਲਿਊ ਬਣ ਗਈ ਮਾਈਨਸ ਕੇ ਯੂ ਸਕੁਅਰ। ਸੋ ਜਿਹੜਾ ਇਹ 5 ਇਕੁਏਸ਼ਨ ਨੰਬਰ 5 ਦੇ ਵਿੱਚ ਜਿਹੜੀ ਟਰਮ ਦੀ ਐਂਡ ਦੇ ਵਿੱਚ ਐਫ ਆਫ 1 ਬਾਈ ਯੂ, ਐਫ ਆਫ 1 ਬਾਈ ਯੂ ਦੀ ਵੈਲਿਊ ਆ ਗਈ ਸਾਡੇ ਕੋਲ ਮਾਈਨਸ ਕੇ ਯੂ ਸਕੁਅਰ। ਸੋ ਇਕੁਏਸ਼ਨ ਨੰਬਰ 5 ਦੇ ਵਿੱਚ ਇਹ ਵੈਲਿਊ ਅਸੀਂ ਪੁੱਟ ਕਰਤੀ। ਇੱਥੇ ਆਲਰੇਡੀ ਇੱਕ ਨੈਗੇਟਿਵ ਸਾਈਨ ਸੀ, ਇੱਕ ਨੈਗੇਟਿਵ ਸਾਈਨ ਇੱਥੋਂ ਆ ਗਿਆ, ਇਹ ਨੈਗੇਟਿਵ ਤੇ ਨੈਗੇਟਿਵ ਪਲੱਸ ਹੋ ਗਿਆ। ਸੋ ਇਹ ਬਣ ਗਿਆ ਕੇ ਮਿਊ ਬਾਈ ਐਲ ਸਕੁਅਰ, ਯੂ ਸਕੁਅਰ ਆਲਰੇਡੀ ਸੀ। ਇੱਥੇ ਜਦੋਂ ਕੇ ਯੂ ਸਕੁਅਰ ਪੁੱਟ ਕੀਤਾ ਤੇ ਯੂ ਸਕੁਅਰ ਨਾਲ ਇਹ ਵਾਲਾ ਯੂ ਸਕੁਅਰ ਕੈਂਸਲ ਆਊਟ ਹੋ ਗਿਆ, ਇਹ ਬਣ ਗਿਆ ਕੇ ਮਿਊ ਬਾਈ ਐਲ ਸਕੁਅਰ ਪਲੱਸ ਹੋ ਗਿਆ ਕਿਉਂਕਿ ਨੈਗੇਟਿਵ ਨੈਗੇਟਿਵ ਕੈਂਸਲ ਹੋ ਗਿਆ। ਸੋ ਜਿਹੜੀ ਇਕੁਏਸ਼ਨ ਨੰਬਰ 5 ਸੀ ਇਹ ਬਣ ਗਈ d2u ਬਾਈ d ਥੀਟਾ ਸਕੁਅਰ ਪਲੱਸ u ਐਜ਼ ਇਟ ਇਜ਼, ਰਾਈਟ ਹੈਂਡ ਸਾਈਡ ਤੇ ਬਣ ਗਿਆ k ਮਿਊ ਬਾਈ l ਸਕੁਅਰ। ਸਿੰਪਲੀਫਾਈ ਹੋ ਗਈ, ਔਰ ਹੁਣ ਇਹਨੂੰ ਹੋਰ ਸਿੰਪਲੀਫਾਈ ਕਰਨ ਲੱਗੇ ਆ, ਇਹ ਇਕੁਏਸ਼ਨ ਨੂੰ ਸੋਲਵ ਕਰਨ ਲੱਗੇ ਆ ਡਿਫਰੈਂਸ਼ੀਅਲ ਇਕੁਏਸ਼ਨ ਤੋਂ। ਇਹ ਟਰਮ ਨੂੰ ਇਸ ਤੱਕ ਕਲੀਅਰ ਹੋ ਗਿਆ ਤੁਹਾਨੂੰ? ਕੋਈ ਡਾਊਟ ਪੁੱਛ ਸਕਦੇ ਹੋ? ਆਵਾਜ਼ ਆ ਵੀ ਰਹੀ ਹੈ ਮੇਰੀ? ਹੈਲੋ, ਓਕੇ ਓਕੇ ਓਕੇ, ਠੀਕ ਹੈ। ਮੈਨੂੰ ਐ ਲੱਗਿਆ ਕਿਤੇ ਡਿਸਕਨੈਕਟ ਹੋ ਗਿਆ ਤੇ ਮੈਂ ਇਕੱਲਾ ਹੀ ਬੋਲੀ ਜਾ ਰਿਹਾ। ਚਲੋ ਬਹੁਤ ਵਧੀਆ, ਇੱਥੇ ਤੱਕ ਸਮਝ ਲੱਗ ਗਿਆ ਹੋਣਾ, ਨਹੀਂ ਤਾਂ ਤੁਸੀਂ ਪੁੱਛ ਲੈਂਦੇ ਹੁਣ ਤੱਕ। ਅੱਗੇ ਚੱਲਦੇ ਹਾਂ, ਜੇ ਨਹੀਂ ਪਤਾ ਲੱਗਿਆ ਉੱਥੇ ਨਾਲ ਦੀ ਨਾਲ ਤੁਸੀਂ ਮੈਨੂੰ ਪੁੱਛ ਲੈਣਾ, ਠੀਕ ਹੈ? ਕਿਉਂਕਿ ਇਹ ਟੌਪਿਕ ਇਸ ਤਰ੍ਹਾਂ ਦਾ ਹੈ ਕਿਉਂਕਿ ਇੰਟਰਲੇਟਡ ਹੈ। ਕੱਲ ਵਾਲਾ ਆਰਟੀਕਲ ਅੱਜ ਵਾਲੇ ਨਾਲ ਇੰਟਰਲੇਟਡ ਹੈ, ਜਿਹਨੇ ਕੱਲ ਵਾਲਾ ਅਟੈਂਡ ਨਹੀਂ ਕੀਤਾ ਉਹਨੂੰ ਅੱਜ ਵਾਲਾ ਨਹੀਂ ਸਮਝ ਲੱਗੂਗਾ। ਸੋ ਡੀ ਜਿਹੜੀ ਇਕੁਏਸ਼ਨ ਆ ਗਈ ਸੀ ਇਹਨੂੰ ਅਸੀਂ ਸੋਲਵ ਕਰੀਏ। ਜਿਹੜੀ ਰਾਈਟ ਹੈਂਡ ਸਾਈਡ ਤੇ ਟਰਮ ਹੈ ਲੈਫਟ ਹੈਂਡ ਸਾਈਡ ਤੇ ਲੈ ਜਾਂਦਾ ਤੇ ਇਧਰ ਆ ਕੇ ਨੈਗੇਟਿਵ ਹੋ ਗਈ ਐਂਡ ਰਾਈਟ ਸਾਈਡ ਤੇ 0 ਰਹਿ ਗਿਆ। ਇਕੁਏਸ਼ਨ ਨੰਬਰ 5 ਨੂੰ ਇਕੁਏਸ਼ਨ ਨੰਬਰ 6 ਦੀ ਫਾਰਮ 'ਚ ਕਨਵਰਟ ਕਰ ਲਿਆ। ਹੁਣ ਇੱਥੇ ਧਿਆਨ ਦਿਓ, ਇੱਥੇ ਮੈਂ ਰੈੱਡ ਲਾਈਨ ਨਾਲ ਰੈੱਡ ਪੈਨ ਦੇ ਨਾਲ ਅੰਡਰਲਾਈਨ ਕੀਤਾ ਹੋਇਆ। ਇਹ ਵਾਲੀ ਜਿਹੜੀ ਟਰਮ ਹੈ, ਇਸ ਟਰਮ ਨੂੰ ਅਸੀਂ ਨਵਾਂ ਪੈਰਾਮੀਟਰ ਪੁੱਟ ਕਰਨ ਲੱਗੇ ਹਾਂ। ਪਹਿਲਾਂ ਤਾਂ ਪੁੱਟ ਕੀਤਾ ਸੀ 1 ਬਾਈ ਆਰ ਨੂੰ ਯੂ, ਇੱਕ ਨਿਊ ਪੈਰਾਮੀਟਰ ਇੰਟਰੋਡਿਊਸ ਕੀਤਾ ਸੀ। ਉਸੇ ਤਰ੍ਹਾਂ ਇੱਕ ਨਿਊ ਹੋਰ ਪੈਰਾਮੀਟਰ ਇੰਟਰੋਡਿਊਸ ਕਰਨ ਲੱਗੇ ਹਾਂ ਜਿਹੜਾ ਯੂ ਤੇ ਵੀ ਡਿਪੈਂਡ ਕਰਦਾ ਹੈ ਤੇ ਕੇ ਮਿਊ ਬਾਈ ਐਲ ਸਕੁਅਰ ਦੇ ਇਕੁਅਲ ਹੈ। ਯੂ ਮਾਈਨਸ ਕੇ ਮਿਊ ਬਾਈ ਐਲ ਸਕੁਅਰ, ਜਿੰਨੀ ਟਰਮ ਇੱਥੇ ਬਚ ਗਈ d2u ਬਾਈ d ਥੀਟਾ ਸਕੁਅਰ ਪਲੱਸ ਜਿਹੜੀ ਵੀ ਟਰਮ ਇੱਥੇ ਬਚੀ ਹੈ ਇਹਨੂੰ x ਪੁੱਟ ਕਰਤਾ। पुट x is equal to u minus k mu by l square। और अगर इन्हों ਅਸੀਂ एक्सपोर्ट करता ਤੇ अगर इन्हों ਅਸੀਂ ਜਿਹੜਾ k mu by l square ਹੈ, k ਕਾਂਸਟੈਂਟ, mu reduced mass ਕਾਂਸਟੈਂਟ ਤੇ l angular momentum v ਕਾਂਸਟੈਂਟ ਰਹਿੰਦੀ ਹੈ। ਸੋ ਅਗਰ ਸੈਂਟਰਲ ਫੋਰਸਸ ਹੈ ਤਾਂ ਇਹ ਸਾਰੀ ਟਰਮ ਕਾਂਸਟੈਂਟ ਹੈ ਨੈਗੇਟਿਵ ਤੋਂ ਬਾਅਦ ਵਾਲੀ ਟਰਮ। ਸੋ ਅਗਰ ਇਹਨੂੰ ਅਸੀਂ ਡਿਫਰੈਂਸ਼ੀਏਟ ਕਰੀਏ d2u by d theta square ਤਾਂ ਇਹ d2x by d theta square is equal to d2u by d theta square ਆ ਜਾਊਗਾ ਕਿਉਂਕਿ ਡੈਰੀਵੇਟਿਵ ਆਫ ਕਾਂਸਟੈਂਟ ਇਜ਼ 0। ਸੋ ਇਸ ਕਰਕੇ d2u by d theta square ਨਾਲ ਤੇ ਅਸੀਂ ਪੁੱਟ ਕਰਦਾ d2x by d theta square प्लस ये टर्म ਅਸੀਂ एक्सपोर्ट ही की थी ऑलरेडी। सो ਜਿਹੜੀ ਇਹ ਬਾਕਸ ਲਾਤਾ, ਦਿਸ ਇਜ਼ ਦ ਡਿਫਰੈਂਸ਼ੀਅਲ ਇਕੁਏਸ਼ਨ ਸਿੰਪਲੈਸਟ ਫਾਰਮ ਵਿੱਚ ਡਿਫਰੈਂਸ਼ੀਅਲ ਇਕੁਏਸ਼ਨ ਆ ਗਈ। +1 ਦਾ ਲਾਸਟ ਚੈਪਟਰ ਤੁਸੀਂ ਪੜਿਆ ਸਿੰਪਲ ਹਾਰਮੋਨਿਕ ਮੋਸ਼ਨ ਤੇ ਵੇਵਸ ਵਾਲਾ ਚੈਪਟਰ ਜਿੱਤੇ ਸੀਗਾ SHM। ਸੋ ਦਿਸ ਇਜ਼ ਦ ਇਕੁਏਸ਼ਨ ਆਫ ਸਿੰਪਲ ਹਾਰਮੋਨਿਕ ਮੋਸ਼ਨ। ਸੋ ਦਿਸ ਇਜ਼ ਦ ਡਿਫਰੈਂਸ਼ੀਅਲ ਇਕੁਏਸ਼ਨ ਜਿਹੜੀ ਹੈ। So this is the differential equation representing simple harmonic motion. Solution of above equation is ਜਿਹੜਾ simple harmonic motion ਹੁੰਦਾ ਉਹਦਾ solution easily ਅਸੀਂ ਡਰਾਈਵ ਕਰ ਸਕਦੇ ਹਾਂ। That is x is equal to a constant, any constant, arbitrary constant, or into cos theta minus theta naught। ਜਿਹੜਾ SHM ਹੁੰਦਾ simple harmonic motion। Can anybody explain to me what is the meaning of simple? ठीक है, motion भी ठीक है। What is the meaning of harmonic? Harmonic ਦਾ meaning ਕੀ ਹੁੰਦਾ? Harmonic, anybody can explain to me what is the meaning of harmonic? ਸਿੰਪਲ ਹਾਰਮੋਨਿਕ, ਹਾਰਮੋਨਿਕ ਦਾ ਕੀ ਮੀਨਿੰਗ ਹੈ? ਚਲੋ ਮੈਂ ਐਕਸਪਲੇਨ ਕਰ ਦਿੰਦਾ, ਅਗਰ ਪਤਾ ਤਾਂ ਬੋਲ ਸਕਦੇ ਹੋ। ਓਕੇ, ਕੋਈ ਨਹੀਂ ਬੋਲਿਆ। ਸੋ ਹਾਰਮੋਨਿਕ ਦਾ ਮੀਨਿੰਗ ਹੁੰਦਾ ਹੈ ਉਹ ਫੰਕਸ਼ਨ ਜਿਹੜਾ ਆਫਟਰ ਸਰਟਨ ਟਾਈਮ ਰਿਪੀਟ ਕਰੇ, ਜਿਸ ਤਰ੍ਹਾਂ ਸਾਈਨ ਥੀਟਾ ਔਰ ਕਾਸ ਥੀਟਾ, ਦੇ ਬੋਥ ਆਰ ਹਾਰਮੋਨਿਕ ਫੰਕਸ਼ਨ। ਇੱਕ ਵਾਰੀ 0 ਫਿਰ 1 ਫਿਰ 0 ਫਿਰ -1 ਫਿਰ 0 ਫਿਰ 1 ਫਿਰ, ਠੀਕ ਹੈ। ਅਗਰ ਐਂਗਲ ਚੇਂਜ ਕਰ ਰਹੇ ਹਾਂ, ਥੀਟਾ ਚੇਂਜ ਕਰ ਰਹੇ ਹਾਂ ਅਸੀਂ 0 90, ਠੀਕ ਹੈ, 180 270 360 ਫਿਰ ਥੀਟਾ ਐਡ ਕਰਤਾ, ਠੀਕ ਹੈ, 90 180 270 360। ਇਸ ਤਰ੍ਹਾਂ ਜਿਹੜਾ ਉਹਦੀ ਵੈਲਿਊ ਹੈ ਫੰਕਸ਼ਨ ਦੀ 0 ਵੈਲਿਊ 0 1 0 -1 0 1 0 -1 ਇਸ ਤਰ੍ਹਾਂ ਚੇਂਜ ਹੁੰਦੀ ਰਹੇ, ਇਸ ਤਰ੍ਹਾਂ ਦੇ ਫੰਕਸ਼ਨ ਨੂੰ ਅਸੀਂ ਹਾਰਮੋਨਿਕ ਫੰਕਸ਼ਨ ਕਹਿੰਦੇ ਹਾਂ। ਸੋ ਦੈਟ ਮੀਨਸ ਜਿਹੜਾ ਇਕੁਏਸ਼ਨ, ਜਿਹੜੀ ਇਕੁਏਸ਼ਨ ਆਈ ਹੈ ਸਿੰਪਲ ਹਾਰਮੋਨਿਕ ਮੋਸ਼ਨ ਦੀ ਇਕੁਏਸ਼ਨ ਆਈ ਹੈ ਤੇ ਇਹਦਾ ਸੋਲੂਸ਼ਨ ਵੀ ਸਾਈਨ ਥੀਟਾ ਜਾਂ ਕਾਸ ਥੀਟਾ ਨਾਲ ਰਿਪਰੈਜ਼ੈਂਟ ਕੀਤਾ ਜਾਂਦਾ। ਸਾਈਨ ਥੀਟਾ ਤੇ ਕਾਸ ਥੀਟਾ ਕਦੋਂ ਲਿਆ ਜਾਂਦਾ? ਜਦੋਂ ਸਟਾਰਟਿੰਗ ਦੇ ਵਿੱਚ ਜਿਹੜਾ ਮੀਨ ਪੋਜੀਸ਼ਨ ਤੇ ਹੈ ਪਾਰਟੀਕਲ, ਤਾਂ ਅਸੀਂ ਉਹ ਲੈਂਦੇ ਹਾਂ ਸਾਈਨ ਥੀਟਾ ਦੇ ਨਾਲ ਐਕਸਪ੍ਰੈਸ ਕਰਦੇ ਹਾਂ। ਅਗਰ ਸਟਾਰਟਿੰਗ ਦੇ ਵਿੱਚ ਐਕਸਟ੍ਰੀਮ ਪੋਜੀਸ਼ਨ ਤੇ ਹੈ ਉਸ ਹਾਰਮੋਨਿਕ ਮੋਸ਼ਨ ਦੇ, ਤਾਂ ਜਿਸ ਤਰ੍ਹਾਂ ਪੈਂਡੂਲਮ ਮੂਵ ਕਰਦਾ ਹੈ ਮੀਨ ਪੋਜੀਸ਼ਨ ਟੂ ਐਕਸਟ੍ਰੀਮ ਪੋਜੀਸ਼ਨ, ਰਾਈਟ ਸਾਈਡ ਫਿਰ ਲੈਫਟ ਸਾਈਡ, ਫਿਰ ਮੀਨ ਪੋਜੀਸ਼ਨ ਫਿਰ ਲੈਫਟ ਸਾਈਡ ਤੇ ਐਕਸਟ੍ਰੀਮ ਪੋਜੀਸ਼ਨ। ਸੋ ਇਸ ਤਰ੍ਹਾਂ ਸਿੰਪਲ ਹਾਰਮੋਨਿਕ ਮੋਸ਼ਨ ਜਿਹੜਾ ਪੈਂਡੂਲਮ ਦਾ ਤੁਸੀਂ ਆਲਰੇਡੀ ਬੌਬ ਦਾ ਜਿਹੜਾ ਜੀ ਦੀ ਵੈਲਿਊ ਕੈਲਕੂਲੇਟ ਕੀਤੀ ਸੀ ਉਹ ਤੇ ਤੁਸੀਂ SHM ਕੀਤਾ, ਸਿੰਪਲ ਹਾਰਮੋਨਿਕ ਮੋਸ਼ਨ ਆਫ ਦਾ ਨਟ ਬੋਲਟ ਨਾਲ ਤੁਸੀਂ ਜੀ ਦੀ ਵੈਲਿਊ ਕੈਲਕੂਲੇਟ ਕੀਤੀ, ਜਿਹੜੀ ਐਕਟੀਵਿਟੀ ਆਪਾਂ ਕੀਤੀ ਸੀ। ਓਕੇ, ਤਾਂ ਕਾਸ ਥੀਟਾ ਉਦੋਂ ਲਿਆ ਜਾਂਦਾ ਜਦੋਂ ਅਸੀਂ ਮੋਸ਼ਨ ਸਟਾਰਟ ਕਰ ਰਹੇ ਹਾਂ ਬਿਲਕੁਲ ਐਕਸਟ੍ਰੀਮ ਪੋਜੀਸ਼ਨ ਤੋਂ, ਤੇ ਸਾਈਨ ਥੀਟਾ ਉਦੋਂ ਵੈਲਿਊ ਲਈ ਜਾਂਦੀ ਹੈ ਫੰਕਸ਼ਨ ਦੇ ਵਿੱਚ ਜਦੋਂ ਅਸੀਂ ਉਹਨੂੰ ਮੀਨ ਪੋਜੀਸ਼ਨ ਤੋਂ ਸਟਾਰਟ ਕਰ ਰਹੇ ਹਾਂ। ਸੋ ਜਨਰਲੀ ਵੀ ਸਟਾਰਟ ਦਾ ਇਕੁਏਸ਼ਨ ਫਰੋਮ ਐਕਸਟ੍ਰੀਮ ਪੋਜੀਸ਼ਨ। ਸੋ ਦੈਟ ਇਜ਼ ਸਾਡੇ ਕੋਲ ਜਿਹੜਾ ਸੋਲੂਸ਼ਨ ਆਇਆ ਉਹ ਕਾਸ ਥੀਟਾ ਦੀ ਫਾਰਮ 'ਚ ਆਇਆ।
ਸੋ ਜਿਹੜੀ ਸਾਡੇ ਕੋਲ ਇਕੁਏਸ਼ਨ ਆ ਗਈ, ਇਹਦਾ ਸੋਲੂਸ਼ਨ ਆ ਗਿਆ, ਉਹ ਆ ਗਿਆ x a cos ਥੀਟਾ ਮਾਈਨਸ ਥੀਟਾ ਨਾਟ। ਹੁਣ ਥੀਟਾ ਨਾਟ ਕੀ ਚੀਜ਼ ਹੈ? ਥੀਟਾ ਨਾਟ ਜਿਹੜੀ ਹੈ ਕਾਂਸਟੈਂਟ ਵੈਲਿਊ ਹੈ, ਇਹ ਉਹ ਵੈਲਿਊ ਹੈ ਥੀਟਾ ਦੀ ਜਦੋਂ ਸਟਾਰਟਿੰਗ ਪੋਜੀਸ਼ਨ ਤੇ ਜਿਹੜੇ ਪੁਆਇੰਟ ਦੇ ਉੱਪਰ ਜਦੋਂ ਟਾਈਮ 0 ਸੀ ਉਦੋਂ ਥੀਟਾ ਕਿੰਨਾ ਸੀ, ਐਂਗਲ ਕਿੰਨਾ ਸੀ, x ਐਕਸਿਸ ਨਾਲ ਕਿੰਨਾ ਐਂਗਲ ਬਣਦਾ ਸੀ ਜਦੋਂ ਅਸੀਂ ਟਾਈਮ ਨੋਟ ਕਰਨਾ ਸ਼ੁਰੂ ਕੀਤਾ ਸੀ। ਇਹ ਵਾਲਾ ਥੀਟਾ ਅਗਰ ਟਾਈਮ ਨੋਟ ਕਰਨਾ ਇਹ ਤੋਂ ਸ਼ੁਰੂ ਕੀਤਾ ਤਾਂ ਦਿਸ ਇਜ਼ ਥੀਟਾ ਨਾਟ। ਓਕੇ, ਇਸ ਤੋਂ ਬਾਅਦ ਇਹ ਚੱਲਦਾ ਰਿਹਾ ਥੀਟਾ ਥੀਟਾ ਅੱਗੇ ਤੇ ਥੀਟਾ ਨਾਟ ਜੋ ਸਬਟ੍ਰੈਕਟ ਕਰਦੇ ਰਹਾਂਗੇ। ਸੋ ਇਸ ਤਰੀਕੇ ਨਾਲ ਅਸੀਂ ਇਹਨੂੰ a ਦੀ ਵੈਲਿਊ ਕਾਂਸਟੈਂਟ ਹੈ ਤੇ ਥੀਟਾ ਨਾਟ ਵੀ ਕਾਂਸਟੈਂਟ ਹੈ। ਥੀਟਾ ਨਾਟ ਰਿਪਰੈਜ਼ੈਂਟ ਕਰਦਾ ਹੈ ਇਨੀਸ਼ੀਅਲ ਵੈਲਿਊ ਆਫ ਥੀਟਾ ਵੈਨ ਵੀ ਸਟਾਰਟ ਨੋਟਿੰਗ ਟਾਈਮ। ਓਕੇ, ਕੋਈ ਜ਼ਿਆਦਾ ਸਿਗਨੀਫੀਕੈਂਸ ਨਹੀਂ, ਮੈਂ ਜਸਟ ਵੈਸੇ ਐਕਸਪਲੇਨ ਕਰਤਾ ਇੱਥੇ। ਅਗਰ ਤੁਸੀਂ ਆਹ ਇਕੁਏਸ਼ਨ ਤੱਕ ਪਹੁੰਚ ਗਏ ਸੀ, ਇਸ ਤੋਂ ਬਾਅਦ ਅਸੀਂ ਦਾ ਸੋਲੂਸ਼ਨ ਲਿਖ ਲਿਆ ਇੱਥੇ। ਹੁਣ ਦੇਖਿਓ, ਜਿਹੜਾ x ਦੀ ਵੈਲਿਊ ਅਸੀਂ ਪੁੱਟ ਕੀਤੀ ਸੀ, ਅੰਡਰਲਾਈਨ ਕੀਤਾ ਸੀ ਇਹ ਵਾਲਾ, ਉਹ ਇਹਦੇ ਨਾਲ ਇਕੁਏਟ ਕਰਤਾ, a cos ਥੀਟਾ ਮਾਈਨਸ ਥੀਟਾ ਨਾਟ ਨਾਲ ਇਕੁਏਟ ਕਰਤਾ। ਠੀਕ, ਉਸ ਤੋਂ ਬਾਅਦ u ਇੱਕ ਸਾਈਡ ਤੇ ਰੱਖ ਲਿਆ, ਬਾਕੀ ਸਾਰੀਆਂ ਟਰਮ ਦੂਸਰੀ ਸਾਈਡ ਤੇ ਲੈ ਗਏ। ਸੋ u ਇੱਥੇ ਰਹਿਤਾ ਰਾਈਟ ਸਾਈਡ ਤੇ, ਇਹ ਟਰਮ ਚੱਕ ਕੇ ਅਸੀਂ ਲੈਫਟ ਸਾਈਡ ਤੇ ਲਿਆਂਦੀ, ਤਾਂ u ਇਜ਼ ਇਕੁਅਲ ਟੂ a cos ਥੀਟਾ ਮਾਈਨਸ ਥੀਟਾ ਨਾਟ ਪਲੱਸ ਇਹ ਟਰਮ ਆ ਗਈ ਇੱਧਰ। ਸੋ k mu ਬਾਈ l ਸਕੁਅਰ ਇੱਧਰ ਆ ਗਿਆ। k mu ਬਾਈ l ਸਕੁਅਰ ਨੂੰ ਕਾਮਨ ਕੱਢ ਲਈਏ ਇਧਰੋਂ ਰਾਈਟ ਸਾਈਡ ਤੋਂ, ਤਾਂ ਜਿੱਥੋਂ ਇਹ ਬਾਹਰ ਕੱਢਿਆ ਉੱਥੇ ਰਹਿ ਗਿਆ 1, ਔਰ ਅੰਦਰ ਜਿਹੜੀ ਟਰਮ ਸੀ ਇਹਦੇ ਨਾਲ ਬਣ ਗਿਆ a l ਸਕੁਅਰ ਔਨ k mu cos ਥੀਟਾ ਮਾਈਨਸ ਥੀਟਾ ਨਾਟ ਐਜ਼ ਇਟ ਇਜ਼। ਔਰ ਨੈਕਸਟ ਸਟੈਪ ਦੇ ਵਿੱਚ ਹੁਣ ਅਸੀਂ ਰਿਵਰਸ ਕਰਨਾ ਸ਼ੁਰੂ ਕਰਤਾ, x ਦੀ ਵੈਲਿਊ ਜਿਹੜੀ ਪੁੱਟ ਕੀਤੀ ਸੀ ਉਹਦੀ ਵੈਲਿਊ ਅਸੀਂ ਪੁੱਟ ਕਰਕੇ ਸੋਲਵ ਕਰ ਲਿਆ। ਹੁਣ u ਸ਼ੁਰੂ ਚ ਅਸੀਂ ਪੁੱਟ ਕੀਤਾ ਸੀ 1 ਬਾਈ r ਔਰ r ਇਜ਼ ਇਕੁਅਲ ਟੂ 1 ਬਾਈ u ਪੁੱਟ ਕੀਤਾ ਸੀ। ਹੁਣ ਉਹਦੀ ਵੈਲਿਊ ਵਾਪਸ ਪੁੱਟ ਕਰ ਦਿੱਤੀ, u ਦੀ ਵੈਲਿਊ ਆ ਗਈ 1 ਬਾਈ r k mu ਬਾਈ l ਸਕੁਅਰ ਬ੍ਰੈਕਟ ਸਟਾਰਟ 1 ਪਲੱਸ a l ਸਕੁਅਰ ਬਾਈ k mu cos ਥੀਟਾ ਮਾਈਨਸ ਥੀਟਾ ਨਾਟ, ਇਹ ਵਾਲੀ ਟਰਮ ਐਜ਼ ਇਟ ਇਜ਼ ਸਿਰਫ u ਦੀ ਵੈਲਿਊ ਪੁੱਟ ਕੀਤੀ ਹੈ। अब इतने तक एक बार रुकने लगे मैं। सो दिस इज जनरल इक्वेशन ऑफ कोनिक। एक ही है जनरल इक्वेशन ऑफ कोनिक है। सो जो कोनिक सेक्शन है वो ये जनरल इक्वेशन है। सो जनरल इक्वेशन ऑफ कोनिक विद ओरिजिन एट द फोकाई। फोकाई इज द प्लूरल ऑफ फोकस। ਜਿਹੜਾ एलिप्स ਹੁੰਦਾ ਉਹਦੇ ਦੋ ਫੋਕਸ ਹੁੰਦੇ ਆ। ਸੋ ਜਨਰਲੀ ਅਸੀਂ ਜਿਹੜਾ एलिप्स ਪੈਰਾਬੋਲਾ ਹਾਈਪਰਬੋਲਾ ਸਾਰਿਆਂ ਦੀ ਗੱਲ ਕਰਨੀ ਹੈ, ਅਸੀਂ ਜਿਹੜਾ ਮੈਂ ਉਹ ਤੋਂ ਸ਼ੁਰੂ ਕੀਤਾ ਹੈ फोकाई इज द प्लूरल ऑफ फोकस, बट the general equation of conic with origin means center at the foci and having eccentricity epsilon। ਇਹ ਟਰਮ ਹੈ ਜਿਹੜੀ ਇਹਨੂੰ ਅਸੀਂ ਪੜ੍ਹਦੇ ਹਾਂ ਐਪਸਾਈਲਨ, ਈ ਵਰਗੀ ਟਰਮ ਹੈ ਐਪਸਾਈਲਨ। ਤੁਸੀਂ ਪਰਮਿਟਿਵਿਟੀ ਪੜ੍ਹੀ ਹੈ ਪਲੱਸ 2 ਦੇ ਵਿੱਚ, ਪਰਮਿਟਿਵਿਟੀ ਆਫ ਫ੍ਰੀ ਸਪੇਸ, ਪਰਮਿਟਿਵਿਟੀ ਆਫ ਮੀਡੀਅਮ। ਸੋ ਦਾ ਸਿੰਬਲ ਯੂਜ਼ਡ ਇਜ਼ ਐਪਸਾਈਲਨ, ਯੂ ਆਰ ਵੈਰੀ ਵੈਲ ਨੋਨ ਟੂ ਇਟ। ਸੋ ਜਿਹੜੀ ਜਨਰਲ ਇਕੁਏਸ਼ਨ ਹੈ ਕੋਨਿਕ ਦੀ ਉਹ ਇਸ ਫਾਰਮ ਦੇ ਵਿੱਚ ਹੁੰਦੀ ਹੈ 1 ਬਾਈ r ਇਜ਼ ਇਕੁਅਲ ਟੂ l 1 ਪਲੱਸ ਐਪਸਾਈਲਨ cos ਥੀਟਾ ਮਾਈਨਸ ਥੀਟਾ ਨਾਟ। ਇਹ ਜਨਰਲ ਇਕੁਏਸ਼ਨ ਆਫ ਕੋਨਿਕ ਹੈ, ਜਿਹਦੀ ਐਕਸੈਂਟ੍ਰਿਸਿਟੀ ਕੀ ਹੈ ਐਪਸਾਈਲਨ ਹੈ, l ਕੀ ਹੈ ਉਹਦੀ ਡਾਇਰੈਕਟ੍ਰਿਕਸ ਬੋਲਦੇ ਹਨ, l ਡਾਇਰੈਕਟ੍ਰਿਕਸ, ਐਪਸਾਈਲਨ eccentricity, ECCENTRICITY eccentricity। so you have to pronounce it eccentricity। ਤਾਂ ਸਾਡਾ ਜਿਹੜਾ ਫੋਕਸ ਹੈ ਜਿਹਦੇ ਤੇ ਮੈਂ ਸਰਕਲ ਲਾਇਆ, ਸਾਡਾ ਫੋਕਸ ਇਹਦੇ ਤੇ ਹੈ। ਸਾਡੀ ਜਿਹੜੀ ਇਕੁਏਸ਼ਨ ਪਹਿਲਾਂ ਅਸੀਂ ਸੋਲਵ ਕਰਦੇ ਆ ਰਹੇ ਸੀ ਉਹ ਇਹ ਇਕੁਏਸ਼ਨ ਸੀ, ਇਹ ਜਨਰਲ ਇਕੁਏਸ਼ਨ ਆਫ ਕੋਨਿਕ ਹੈ। ਇਕੁਏਸ਼ਨ ਨੰਬਰ 9 ਤੇ 10 ਨੂੰ ਅਗਰ ਅਸੀਂ ਕੰਪੇਅਰ ਕਰੀਏ ਤਾਂ ਸਾਡੇ ਕੋਲ eccentricity ਦੀ ਵੈਲਿਊ ਕੰਪੈਰੀਜ਼ਨ ਤੋਂ ਆ ਗਈ। eccentricity ਦੀ ਵੈਲਿਊ ਕਿੰਨੀ ਹੈ al ਸਕੁਅਰ ਔਨ k mu। ਸੋ ਦਿਸ ਇਜ਼ eccentricity। ਸੋ l ਦੀ ਵੈਲਿਊ ਵੀ ਆ ਗਈ, ਜਿਹੜਾ l ਸੀਗਾ l ਦੀ ਵੈਲਿਊ ਹੋ ਗਈ k mu ਬਾਈ ਕੈਪੀਟਲ l ਸਕੁਅਰ। ਸੋ ਦਿਸ ਇਜ਼ ਡਾਇਰੈਕਟ੍ਰਿਕਸ। ਇਹਦੀ ਸਾਨੂੰ ਜ਼ਰੂਰਤ ਨਹੀਂ ਹੈ, ਇਹਦੀ ਜ਼ਰੂਰਤ ਨਹੀਂ ਹੈ ਸਾਨੂੰ, ਸਾਡਾ ਫੋਕਸ ਐਕਸੈਂਟ੍ਰਿਸਿਟੀ ਤੇ ਹੈ। ਅਸੀਂ ਨੇਚਰ ਦੱਸਣਾ ਹੈ ਆਰਬਿਟ ਦਾ ਕਿਸ ਤਰ੍ਹਾਂ ਦਾ ਹੋਊਗਾ। ਸੋ ਐਕਸੈਂਟ੍ਰਿਸਿਟੀ ਦੀ ਵੈਲਿਊ ਆ ਗਈ a l ਸਕੁਅਰ ਔਨ mu ਕੀ। ਧਿਆਨ ਨਾਲ ਦੇਖਿਓ, a ਕੀ ਚੀਜ਼ ਹੈ ਆਰਬਿਟਰੀ ਕਾਂਸਟੈਂਟ ਇੱਥੇ ਆਇਆ ਸੀ, l ਕੀ ਚੀਜ਼ ਹੈ ਕੈਪੀਟਲ l ਐਂਗੂਲਰ ਮੋਮੈਂਟਮ, k ਇਹ ਵਾਲਾ k ਕੀ ਚੀਜ਼ ਹੈ ਕਾਂਸਟੈਂਟ ਆਫ ਪ੍ਰੋਪੋਰਸ਼ਨੈਲਿਟੀ, ਜਿਹੜਾ ਇਨਵਰਸ ਸਕੁਅਰ ਲਾ ਦੇ ਵਿੱਚ ਆਇਆ ਸੀ, k ਕਾਂਸਟੈਂਟ ਆਫ ਪ੍ਰੋਪੋਰਸ਼ਨੈਲਿਟੀ ਤੇ ਆਇਆ ਸੀ। k ਵੀ ਕਾਂਸਟੈਂਟ, a ਵੀ ਕਾਂਸਟੈਂਟ, a ਵੀ ਕਾਂਸਟੈਂਟ, k ਵੀ ਕਾਂਸਟੈਂਟ। ਨਾਓ ਹੁਣ ਡਿਸਾਈਡ ਕੌਣ ਕਰੂਗਾ ਐਕਸੈਂਟ੍ਰਿਸਿਟੀ ਦੀ ਵੈਲਿਊ? mu ਕੀ ਚੀਜ਼ ਹੈ mass reduced mass product of the masses of the two body divided by the sum of the mass। ਇੱਕ ਤਾਂ mu ਡਿਸਾਈਡ ਕਰੂਗਾ, ਇੱਕ ਕੈਪੀਟਲ l ਡਿਸਾਈਡ ਕਰੂਗਾ। ਸੋ ਇਹਨਾਂ ਦੀ ਜਿਹੜੀ ਰੇਸ਼ੋ ਹੈ l ਸਕੁਅਰ ਬਾਈ mu, a ਤੇ k ਤਾਂ ਕਾਂਸਟੈਂਟ ਹੈ, l ਸਕੁਅਰ ਬਾਈ mu will decide the value of eccentricity। and eccentricity ਦੀ ਵੈਲਿਊ ਅਗਰ ਮੈਥਮੈਟਿਕਸ ਸਾਨੂੰ ਦੱਸਦਾ, ਜਿਓਮੈਟਰੀ ਸਾਨੂੰ ਦੱਸਦੀ ਹੈ if epsilon is greater than 1 then nature of this conic is hyperbola, if epsilon is equal to 1 then it is a parabola, and if epsilon is less than 1 and greater than 0 then it is a ellipse, and if epsilon is equal to 0 then the nature of the conic is a circle। so 4 types ਦੀਆਂ ਕੋਨਿਕ ਹੋ ਸਕਦੀਆਂ ਹੈ। ਸਿੰਪਲੈਸਟ ਸਰਕਲ ਹੈ, ਉਸ ਤੋਂ ਬਾਅਦ ਐਲਿਪਸ ਹੈ, ਫਿਰ ਪੈਰਾਬੋਲਾ ਹੈ ਤੇ ਫਿਰ ਹੈ ਹਾਈਪਰਬੋਲਾ। ਬਟ ਇਹ ਵਾਲੀਆਂ ਜਿਹੜੀਆਂ 2 ਕੰਡੀਸ਼ਨਸ ਹੈ, ਅਗਰ ਐਪਸਾਈਲਨ ਲੈਸ ਦੈਨ 1 ਹੈ ਔਰ ਇਕੁਅਲ ਟੂ 0 ਹੈ, ਯਾਨੀ ਕਿ ਐਪਸਾਈਲਨ ਦੀ ਵੈਲਿਊ 0 ਤੇ 1 ਦੇ ਇਨ ਬਿਟਵੀਨ ਹੈ, ਉਸ ਕੇਸ ਦੇ ਵਿੱਚ ਉਹ ਮੋਸ਼ਨ, ਉਹ ਜਿਹੜਾ ਸ਼ੇਪ ਐਲਿਪਸ ਜਾਂ ਸਰਕਲ ਹੋ ਸਕਦੀ ਹੈ ਤੇ ਉਹ ਜਿਹੜਾ ਸਿਸਟਮ ਹੈ ਉਹ ਬਾਉਂਡਡ ਸਿਸਟਮ ਹੋਊਗਾ। ਬਾਉਂਡਡ ਮੀਨਸ ਉਹ ਜਿਹੜਾ ਇੱਕ ਪਾਰਟੀਕਲ ਦੂਸਰੇ ਪਾਰਟੀਕਲ ਦੇ ਗ੍ਰੈਵਿਟੇਸ਼ਨ ਫੀਲਡ ਤੋਂ ਬਾਹਰ ਨਹੀਂ ਜਾਊਗਾ, ਉਹਦੇ ਰਾਉਂਡ ਉਹ ਚੱਲਦਾ ਰਹਿਣਾ।